ਗੁਰੂ ਵਾਹਿਗੁਰੂ 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 ਗੁਰੂ ਜੀ ਦੀ ਸਾਜੀ ਅਤੇ ਨਵਾਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ, ਸੰਤਾਂ ਨੇ, ਸਾਧੂਆਂ ਨੇ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਜੋ ਸਮਝਾਇਆ, ਜੋ ਸਾਨੂੰ ਭੇਦ ਦਿੱਤਾ ਹੈ, ਸਾਡਾ ਜਿਹੜਾ ਮਨ ਹੈ ਇਹ ਪਰਮਾਤਮਾ ਦੀ ਰਜ਼ਾ ਦੇ ਵਿੱਚ ਅੱਜ ਜੋ ਮਾਲਕ ਕਰ ਰਿਹਾ ਹੈ, ਸਾਡਾ ਮਨ ਹੈ ਉਹਨੂੰ ਭਲਾ ਭਲਾ ਕਰਕੇ ਮੰਨੇ। ਇਹ ਫਿਰ ਆਪਾਂ ਨੂੰ ਗੁਰੂ ਦੀ ਮੱਤ, ਸੰਤ ਸਾਧੂ ਜਨ ਜਦੋਂ ਅਸੀਂ ਸਾਧ ਸੰਗਤ 'ਚ ਆਉਂਦੇ, ਸਾਨੂੰ ਫਿਰ ਇਹੀਓ ਸਮਝਾਉਂਦੇ, ਇਹੀਓ ਸਾਨੂੰ ਭੇਦ ਦਿੰਦੇ। ਰਮਾਉਂਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਸਾਧੂ ਦੇ ਭਾਈ।
ਬਈ ਜੋ ਮਾਲਕ ਕਰ ਰਹੇ ਉਹਨੂੰ ਭਲਾ ਕਰਕੇ ਮੰਨਣ। ਜੇ ਅਸੀਂ ਭਲਾ ਕਰਕੇ ਮੰਨਾਂਗੇ ਤੇ ਸਾਡਾ ਮਨ ਦੁਖੀ ਨਹੀਂ ਹੋਏਗਾ, ਅਸੀਂ ਅਸ਼ਾਂਤ ਨਹੀਂ ਹੋਵਾਂਗੇ। ਜੇ ਹੁਣ ਅਸੀਂ ਭਲਾ ਕਰਕੇ ਨਹੀਂ ਮੰਨਦੇ, ਜੋ ਹੋਣਾ ਉਹ ਤਾਂ ਹੋਣਾ ਹੀ ਹੈ। ਸਾਡੇ ਤੇ ਆਖੇ ਤੇ ਕੁਝ ਬਦਲ ਨਹੀਂ ਲੱਗੇ। ਫਿਰ ਜੇ ਅਸੀਂ ਆਪਦੀ ਮੱਤ ਵਰਤਦੇ, ਜੇ ਸਾਨੂੰ ਕੋਈ ਦੁੱਖ ਆਉਂਦਾ ਵੀ ਹੈ ਸੰਸਾਰੀ ਤੌਰ 'ਤੇ, ਜੇ ਅਸੀਂ ਆਪਦੀ ਮੱਤ ਵਰਤਾਂਗੇ, ਅਸੀਂ ਰੋਸ ਕਰਾਂਗੇ, ਫਿਰ ਸਾਡਾ ਮਨ ਹੋਰ ਦੁਖੀ ਹੋ ਜਾਏਗਾ, ਹੋਰ ਅਸ਼ਾਂਤ ਹੋ ਜਾਏਗਾ। ਕਿਉਂਕਿ ਜੋ ਹੋਣਾ ਉਹ ਤਾਂ ਹੋਣਾ ਹੀ ਹੈ। ਅਸੀਂ ਰੋਸ ਕਰਕੇ ਅਸੀਂ ਹੋਰ ਦੁੱਖ ਵਧਾ ਲੈਂਦੇ ਹਾਂ। ਸੋ ਤਾਈਓ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਇਹਨੂੰ ਕਹਿੰਦੇ ਝੱਖ ਮਾਰਨਾ। ਸਾਡਾ ਆਖਿਆ ਹੋਇਆ ਉਵੇਂ ਹੁੰਦਾ ਨਹੀਂ। ਜੋ ਮਾਲਕ ਨੇ ਕਰਨਾ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਵੇਂ ਹੀ ਹੋਣਾ, ਹੋ ਕੇ ਰਹਿੰਦਾ। ਸਤਿਗੁਰੂ ਇਸ ਲਈ ਫਰਮਾਉਂਦੇ, ਕਬੀਰ ਝੱਖ ਨਾ ਝਖੀਏ ਤੁਮਰੋ ਕਿਹੋ ਨਾ ਹੋਏ, ਕਰਮ ਕਰੀਮ ਜੋ ਕਰ ਰਹੇ ਸੋ ਮੇਟ ਨਾ ਸਕੇ ਕੋਈ। ਬਈ ਜੋ ਮਾਲਕ ਨੇ ਕਰਨਾ ਉਹਨੂੰ ਕੋਈ ਮਿਟਾ ਨਹੀਂ ਸਕਦਾ, ਉਵੇਂ ਹੀ ਹੁੰਦਾ ਹੈ। ਸਾਡਾ ਆਖਿਆ ਉਵੇਂ ਹੁੰਦਾ ਨਹੀਂ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੋ ਮਾਲਕ ਕਰ ਰਹੇ ਉਹਨੂੰ ਅਸੀਂ ਭਲਾ ਕਰਕੇ ਮੰਨਣਾ। ਜੇ ਅਸੀਂ ਮੰਨਾਂਗੇ, ਸਾਡਾ ਮਨ ਸਹਿਜ ਵਿੱਚ ਚਲਾ ਜਾਏਗਾ, ਸਾਡਾ ਮਨ ਘਰ ਚਲਾ ਜਾਏਗਾ, ਅਸੀਂ ਸੁਖੀ ਹੋ ਜਾਵਾਂਗੇ। ਹੁਣ ਜਦੋਂ ਅਸੀਂ ਨਹੀਂ ਮੰਨਦੇ ਭਲਾ ਕਰਕੇ, ਫਿਰ ਅਸੀਂ ਦੁਖੀ ਹੁੰਦੇ, ਹੋਰ ਅਸੀਂ ਅਸ਼ਾਂਤ ਹੋ ਜਾਂਦੇ, ਅਸੀਂ ਹੋਰ ਦੁੱਖ ਪੈਦਾ ਕਰ ਲੈਂਦੇ। ਹੁਣ ਤਾਂ ਫਿਰ ਮਹਾਰਾਜ ਸਾਨੂੰ ਸਮਝਾਉਂਦੇ ਬਈ ਸੰਸਾਰ ਦਾ ਚਾਹੇ ਦੁੱਖ ਆਵੇ ਚਾਹੇ ਸੁੱਖ ਆਵੇ, ਅਸੀਂ ਮਾਲਕ ਨੂੰ ਧਿਆਉਂਦੇ ਰਹਿਣਾ, ਉਹਦਾ ਅਸੀਂ ਸਿਮਰਨ ਕਰਦੇ ਰਹਿਣਾ। ਮਹਾਰਾਜ ਫਰਮਾਉਂਦੇ, ਦੁੱਖ ਸੁੱਖ ਪਿਆਰੇ ਤੁਧ ਤੇ ਆਈ, ਇਹ ਸਮਤ ਗੁਰੂ ਤੇ ਪਾਈ। ਬਈ ਸਾਨੂੰ ਗੁਰੂ ਇਹੀਓ ਸਮਤ ਦਿੰਦਾ ਵੀ ਸੰਸਾਰ ਦੇ ਵਿੱਚ ਇੱਥੇ ਸਾਰਾ ਕੁਛ ਆਰਜੀ ਮਿਥਿਆ ਹੋਏ। ਸੁੱਖ ਆ ਗਿਆ, ਕਦੇ ਦੁੱਖ ਆ ਗਈ, ਇਹ ਚੱਲਦਾ ਰਹਿੰਦਾ ਸੰਸਾਰ 'ਚ। ਇਹ ਸਾਡੇ ਮਨ ਵਾਸਤੇ ਦੋ ਕੱਪੜੇ ਨੇ, ਇੱਕ ਸੁੱਖ ਦਾ ਤੇ ਦੂਜਾ ਦੁੱਖ ਦਾ। ਹੁਣ ਜੇ ਤਾਂ ਅਸੀਂ ਗੁਰੂ ਦੀ ਮੱਤ ਲੈ ਕੇ ਚੱਲਦੇ, ਫਿਰ ਤਾਂ ਅਸੀਂ ਸੁੱਖ ਦਾ ਕੱਪੜਾ ਪਾਈ ਰੱਖਦੇ, ਸਾਡੇ ਮਨ ਨੂੰ ਕੋਈ ਦੁੱਖ ਨਹੀਂ ਹੁੰਦਾ। ਜੇ ਅਸੀਂ ਗੁਰੂ ਦੀ ਮੱਤ ਨਹੀਂ ਲੈ ਕੇ ਚੱਲਦੇ, ਫਿਰ ਅਸੀਂ ਜਿਹੜਾ ਕੱਪੜਾ ਉਹ ਦੁੱਖਾਂ ਦਾ ਪਾ ਲੈਂਦੇ ਹਾਂ, ਫਿਰ ਅਸੀਂ ਦਿਨ ਰਾਤ ਦੁਖੀ ਹੁੰਦੇ। ਮਹਾਰਾਜ ਇਸ ਲਈ ਫਰਮਾਉਂਦੇ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਈ ਮਨੁੱਖ। ਬਈ ਇਹ ਦੋ ਕੱਪੜੇ ਨੇ, ਤੇ ਇੱਛਾ ਸਾਡੀ ਤੇ ਵੀ ਅਸੀਂ ਕਿਹੜਾ ਪਾਉਣਾ। ਜਿਵੇਂ ਆਪਾਂ ਇਹ ਤਨ ਦੇ ਉੱਤੇ ਕੱਪੜਾ ਪਾਉਂਦੇ, ਆਪਣੀ ਇੱਛਾ ਮੁਤਾਬਕ ਪਾਉਂਦੇ ਹਾਂ, ਵੀ ਜਿਹੜਾ ਸਾਨੂੰ ਆਪ ਨੂੰ ਚੰਗਾ ਲੱਗਦਾ ਆਪਾਂ ਉਹ ਪਾ ਲੈਂਦੇ। ਹੁਣ ਇਹ ਇਸੇ ਤਰ੍ਹਾਂ ਹੀ ਸਤਿਗੁਰੂ ਕਹਿੰਦੇ, ਸਾਡੇ ਮਨ ਵਾਸਤੇ ਦੋ ਕੱਪੜੇ। ਸੁੱਖ ਦਾ ਕੱਪੜਾ ਹੈ ਮਾਲਕ ਦਾ ਸਿਮਰਨ ਕਰਨਾ, ਉਹਦੀ ਸੇਵ ਸਲਾਹ ਕਰਨੀ, ਵਡਿਆਈ ਕਰਨੀ, ਇਹਨੂੰ ਸੁੱਖਾਂ ਦਾ ਕੱਪੜਾ ਕਹਿੰਦੇ। ਜਿਹੜੇ ਭਗਤ ਪਾ ਕੇ ਰੱਖਦੇ, ਸੰਤ ਸਾਧੂ ਜਨ ਪਾ ਕੇ ਰੱਖਦੇ। ਜਿਹੜਾ ਦੁੱਖਾਂ ਦਾ ਕੱਪੜਾ ਉਹਨੂੰ ਕਹਿੰਦੇ ਫਿਰ ਬੈਰ ਵਿਰੋਧ ਵਾਲਾ, ਜਿਹਦੇ ਵਿੱਚ ਈਰਖਾ ਹੈ, ਨਫ਼ਰਤ ਹੈ, ਆਪਣੀ ਮੱਤ ਹੈ, ਸਾਡੀ ਸੋਚ, ਸਾਡੀਆਂ ਸਿਆਣਪਾਂ,
ਜਦੋਂ ਅਸੀਂ ਉਹ ਕੱਪੜਾ ਪਾਉਂਦੇ ਹਾਂ, ਉਹ ਦੁੱਖਾਂ ਦਾ ਕੱਪੜਾ, ਫਿਰ ਅਸੀਂ ਦੁਖੀ ਹੁੰਦੇ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਬਈ ਤੁਸੀਂ ਜਿਹੜਾ ਕੱਪੜਾ ਉਹ ਸੁੱਖ ਦਾ ਪਾਓ, ਜਿਹੜਾ ਭਗਤਾਂ ਨੇ ਪਾਇਆ ਹੁੰਦਾ। ਮਹਾਰਾਜ ਕਹਿੰਦੇ ਭਗਤਾਂ ਕਾ ਭੋਜਨ ਨਾਮ ਨਰੰਜਨ, ਪਹਿਨਣ ਭਗਤ ਵਡਾਈ। ਬਈ ਭਗਤਾਂ ਦਾ ਜਿਹੜਾ ਭੋਜਨ ਉਹ ਨਾਮ ਹੈ, ਅਤੇ ਭਗਤ ਪਹਿਨਦੇ ਕੀ ਵੀ ਉਹਨਾਂ ਨੇ ਮਾਲਕ ਦੀ ਵਡਿਆਈ ਦਾ ਕੱਪੜਾ ਪਾਇਆ ਹੁੰਦਾ। ਪਰਮਾਤਮਾ ਦੀ ਸਿਫਤ ਕਰਦੇ, ਉਹਦੀ ਸੋਭਾ ਕਰਦੇ, ਉਹਦੀ ਵਡਿਆਈ ਕਰਦੇ। ਜਦੋਂ ਅਸੀਂ ਇਹ ਕੱਪੜਾ ਪਾ ਕੇ ਰੱਖਾਂਗੇ, ਇਹਦੇ ਵਿੱਚ ਸੁੱਖ ਹੀ ਸੁੱਖ ਹੈ, ਇਹਦੇ ਵਿੱਚ ਆਨੰਦ ਹੀ ਆਨੰਦ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਕੱਪੜਾ ਅਸੀਂ ਉਦੋਂ ਪਹਿਨਦੇ ਹਾਂ ਜਦੋਂ ਫਿਰ ਸਾਨੂੰ ਗਿਆਨ ਹੁੰਦਾ, ਜਦੋਂ ਸਾਨੂੰ ਸੋਝੀ ਆਉਂਦੀ, ਫਿਰ ਅਸੀਂ ਇਹ ਸੁੱਖ ਦਾ ਕੱਪੜਾ ਪਾ ਲੈਂਦੇ। ਜਦੋਂ ਸਾਨੂੰ ਗਿਆਨ ਨਹੀਂ, ਸੋਝੀ ਨਹੀਂ, ਉਦੋਂ ਅਸੀਂ ਦੁੱਖਾਂ ਦਾ ਕੱਪੜਾ ਪਾਇਆ ਹੁੰਦਾ। ਫਿਰ ਅਸੀਂ ਦੁਖੀ ਹੋਈ ਜਾਂਦੇ ਆਪਦੀ ਮੱਤ ਵਰਤ ਕੇ। ਸੋ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਮਾਲਕ ਪਰਮਾਤਮਾ ਸਾਡਾ ਜੀਵਨ ਦਾ ਉਹ ਸਦਾ ਭਲਾ ਹੀ ਕਰਦਾ, ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰਦਾ। ਮਹਾਰਾਜ ਕਹਿੰਦੇ ਤੁਮ ਕਰੋ ਭਲਾ, ਹਮ ਭਲੋ ਨਾ ਜਾਣੇ, ਤੂੰ ਸਦਾ ਸਦਾ ਦਿਆਲਾ। ਮਾਲਕ ਸਦਾ ਹੀ ਦਿਆਲੂ ਹੈ, ਸਦਾ ਹੀ ਕਿਰਪਾਲੂ ਹੈ, ਸਾਡੇ 'ਤੇ ਕਿਰਪਾ ਕਰਨ ਵਾਲਾ, ਸਦਾ ਹੀ ਸਾਡੇ 'ਤੇ ਦਇਆ ਕਰਨ ਵਾਲਾ। ਹੁਣ ਉਹ ਸਾਡੇ 'ਤੇ ਹਮੇਸ਼ਾ ਦਇਆ ਕਰਦੇ ਅਤੇ ਭਲਾ ਕਰਦੇ, ਪਰ ਉਹਦਾ ਜਿਹੜਾ ਭਲਾ ਕਰਨ ਦਾ ਤਰੀਕਾ ਉਹ ਸੰਸਾਰ ਦੇ ਨਾਲੋਂ ਵੱਖਰਾ ਹੈ। ਹੁਣ ਇਸ ਕਰਕੇ ਸਾਨੂੰ ਉਹਦਾ ਕੀਤਾ ਹੋਇਆ ਭਲਾ ਉਹ ਸਾਨੂੰ ਭਲਾ ਪ੍ਰਤੀਤ ਹੁੰਦਾ ਨਹੀਂ, ਉਹ ਸਾਨੂੰ ਭਲਾ ਲੱਗਦਾ ਨਹੀਂ। ਸੋ ਉਹਦਾ ਕੀਤਾ ਹੋਇਆ ਭਲਾ ਆਪਾਂ ਨੂੰ ਉਦੋਂ ਲੱਗਦਾ ਜਦੋਂ ਫਿਰ ਇਸ ਸੰਸਾਰ ਦੇ ਨਾਲੋਂ ਸਾਡਾ ਖੇਲ ਉਲਟ ਜਾਂਦਾ। ਸੰਸਾਰ ਦਾ ਪੁੱਠਾ ਚੱਲਦਾ, ਆਪਣਾ ਸਿੱਧਾ ਚੱਲ ਪੈਂਦਾ। ਆਪਣਾ ਖੇਲ ਜਦੋਂ ਸਿੱਧਾ ਹੋ ਜਾਂਦਾ, ਫਿਰ ਮਾਲਕ ਦਾ ਕੀਤਾ ਹੋਇਆ ਸਾਰਾ ਕੁਛ ਸਾਨੂੰ ਭਲਾ ਹੀ ਪ੍ਰਤੀਤ ਹੁੰਦਾ। ਫਿਰ ਸਾਨੂੰ ਬੁਰਾ ਨਹੀਂ ਲੱਗਦਾ, ਫਿਰ ਸਾਡਾ ਮਨ ਰੋਸ ਨਹੀਂ ਕਰਦਾ। ਅਤੇ ਇਹੋ ਮਨ ਨੂੰ ਸਮਝਾਉਂਦੇ ਵੀ ਤੂੰ ਰੋਸ ਨਾ ਕਰ, ਲਾਹਾ ਤੈਨੂੰ ਇਹੀ ਹੈ, ਤੂੰ ਸਿਮਰਨ ਕਰ, ਭਗਤੀ ਕਰ। ਰਮਾਉਂਦੇ ਮੇਰੇ ਮਨ ਕਾਹੇ ਰੋਸ ਕਰੀਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦਿ ਰਵੀਜੈ। ਹੁਣ ਇੱਥੇ ਸੰਸਾਰ ਦੇ ਵਿੱਚ ਕੋਈ ਅਣਹੋਣੀ ਨਹੀਂ ਹੁੰਦੀ, ਇਹ ਹੋਣਾ ਹੀ ਹੁੰਦਾ, ਕਿਉਂਕਿ ਸਾਰਾ ਕੁਛ ਹੀ ਇਹ ਮਿਥਿਆ ਹੋਏ। ਤਾਈਓ ਮਹਾਰਾਜ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੇ ਅਨਹੋਣੀ ਹੋਈ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਵੀ ਇੱਥੇ ਕੋਈ ਥਿਰ ਰਹਿਣ ਵਾਲਾ ਤਾਂ ਹੈ ਨਹੀਂ। ਬਈ ਚਿੰਤਾ ਤਾਂ ਕਰੀਏ ਜੇ ਅਨਹੋਣੀ ਹੁੰਦੀ ਹੋਵੇ, ਅਨਹੋਣੀ ਵੀ ਨਹੀਂ ਹੁੰਦੀ। ਜਿਵੇਂ ਸੰਸਾਰ ਦੇ ਵਿੱਚ ਜੀਵ ਕਹਿੰਦਾ ਨਾ ਵੀ ਇਹਨੂੰ ਤਾਂ ਅਨਹੋਣੀ ਮੌਤ ਆ ਗਈ, ਇਹ ਚੀਜ਼ਾਂ ਦਾ ਬਹੁਤ ਵਹਿਮ ਹੈ ਇਸ ਲੋਕ ਦੇ ਵਿੱਚ, ਸੰਸਾਰ ਦੇ ਵਿੱਚ। ਕਈ ਜੀਵ ਕਹਿੰਦੇ ਵੀ ਜਿਵੇਂ ਕਿਸੇ ਦਾ ਐਕਸੀਡੈਂਟ ਹੋ ਗਿਆ, ਅਨਹੋਣੀ ਮੌਤ ਜੀ। ਕੋਈ ਜਵਾਨ ਚਲਿਆ ਗਿਆ, ਅਨਹੋਣੀ ਹੋ ਗਈ। ਬੱਚਾ ਚਲਿਆ ਗਿਆ, ਅਨਹੋਣੀ ਹੋ ਗਈ ਜੀ। ਮਹਾਰਾਜ ਸਾਨੂੰ ਕਹਿੰਦੇ ਅਨਹੋਣੀ ਨਹੀਂ ਹੁੰਦੀ, ਉਹ ਹੋਣਾ ਹੀ ਹੁੰਦਾ। ਕਿਉਂਕਿ ਜਿਹੜਾ ਸਮਾਂ ਉਹ ਸਾਡੇ ਕੋਲ ਗਿਣਤੀ ਦਾ, ਕਿਸੇ ਕੋਲ ਸਮਾਂ ਘੱਟ ਹੈ, ਕਿਸੇ ਦਾ ਸਮਾਂ ਬਚਪਨ 'ਚ ਖਤਮ ਹੋ ਜਾਂਦਾ, ਕਿਸੇ ਦਾ ਸਮਾਂ ਜਵਾਨੀ 'ਚ ਖਤਮ ਹੋ ਜਾਂਦਾ, ਕਿਸੇ ਨੂੰ ਬੁਰਾ ਵੱਧ ਮਿਲਿਆ ਉਹਦਾ ਬੁਢਾਪੇ 'ਚ ਜਾ ਕੇ ਖਤਮ ਹੋ ਜਾਂਦਾ। ਜਿਹਦਾ ਸਮਾਂ ਆ ਗਿਆ ਜਾਣਾ ਉਹਨੇ ਹੀ ਹੈ, ਸਮੇਂ ਤੋਂ ਪਹਿਲਾਂ ਕੋਈ ਜਾਂਦਾ ਨਹੀਂ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਚਿੰਤਾ ਤਾਂ ਕਰੋ ਜੇ ਅਨਹੋਣੀ ਹੋਣੀ ਹੋਵੇ, ਅਨਹੋਣੀ ਤਾਂ ਹੁੰਦੀ ਨਹੀਂ।
ਸਾਨੂੰ ਪਹਿਲਾਂ ਹੀ ਸਮਝਾ ਕੇ ਭੇਜਿਆ ਜਾਂਦਾ ਵੀ ਤੁਹਾਨੂੰ ਗਿਣਤੀ ਦਾ ਸਮਾਂ ਦਿੱਤਾ ਹੈ, ਉਹਦੇ ਵਿੱਚ ਇੱਕ ਤਿਲ ਭਰ ਵੀ ਵਧੇ ਘਟੇਗਾ ਨਹੀਂ। ਜਦੋਂ ਸਮਾਂ ਤੁਹਾਡਾ ਖਤਮ ਹੋ ਗਿਆ ਤੁਹਾਨੂੰ ਵਾਪਸ ਆਉਣਾ ਹੀ ਪੈਣਾ। ਮਾਰੇ ਤਾਈਓ ਸਾਨੂੰ ਸਮਝਾਉਂਦੇ ਗਣ ਘਾਲੇ ਸਭ ਦਿਵਸਾਸ ਨਹਿ ਵਢਣ ਘਟਣ ਤਿਲ ਸਾਰ। ਬਈ ਇੱਕ ਤਿਲ ਭਰ ਵੀ ਸਵਾਸ ਜਿਹੜੇ ਸਾਡੇ ਵਾਧੇ ਘਟਦੇ ਨਹੀਂ। ਜੇ ਤਾਂ ਸਾਡਾ ਸਮਾਂ ਹੈਗਾ ਸਾਨੂੰ ਮਾਲਕ ਹੱਥ ਦੇ ਕੇ ਰੱਖ ਲੈਂਦੇ। ਮਹਾਰਾਜ ਇਸ ਲਈ ਸਮਝਾਉਂਦੇ ਜਿਸ ਕੇ ਸਾਸ ਨ ਕਾਢ ਤਾਪ ਤਾਂ ਕੋ ਰੱਖ ਦੀ ਕਰ ਹੱਥ। ਵੀ ਜਿਹਦੇ ਸਵਾਸ ਅਜੇ ਖਤਮ ਨਹੀਂ ਹੋਈ ਮਾਲਕ ਨੂੰ ਹੱਥ ਦੇ ਕੇ ਬਚਾ ਲੈਂਦੇ, ਕੁਛ ਵੀ ਨਹੀਂ ਹੋਣ ਦਿੰਦੇ। ਜਦੋਂ ਸਮਾਂ ਖਤਮ ਹੋ ਗਿਆ ਫਿਰ ਜਾਣਾ ਹੀ ਜਾਣਾ, ਫਿਰ ਕੋਈ ਰੱਖ ਨਹੀਂ ਸਕਦਾ ਆਪਾਂ ਨੂੰ। ਤਾਈਓ ਮਾਰੇ ਫਰਮਾਉਂਦੇ ਮਾਰੇ ਰਾਖੇ ਕੋ ਆਪ ਮਾਨਕ ਕੇ ਕਿਛ ਨਾਹੀਂ ਹੱਥ। ਬਈ ਕਿਸੇ ਬੰਦੇ ਦੇ ਹੱਥ ਨਹੀਂ ਹੈ, ਇਹ ਸਾਰਾ ਕੁਛ ਮਾਲਕ ਦੇ ਵੱਸ ਹੈ, ਪਰਮਾਤਮਾ ਤੇ ਉਹਨੇ ਆਪਣੇ ਹੱਥ ਦੇ ਵਿੱਚ ਰੱਖਿਆ ਹੋਇਆ। ਹੁਣ ਤਾਂ ਫਿਰ ਆਵਾਂ ਨੂੰ ਸਮਝਾਉਂਦੀ ਵੀ ਅਨਹੋਣੀ ਨਹੀਂ ਹੁੰਦੀ, ਵੀ ਉਹ ਹੋਣਾ ਹੀ ਹੁੰਦਾ। ਇਹ ਤੋਂ ਜਾਣਦੀ ਕੋਈ ਨਾ ਕੋਈ ਵਿਧ ਬਣਦੀ ਸੰਸਾਰ ਦੇ ਵਿੱਚ। ਜਿਹਦਾ ਸਮਾਂ ਖਤਮ ਹੋ ਗਿਆ ਪਹਿਲਾਂ ਦਰਗਾਹ ਦੇ ਵਿੱਚ ਸਾਡੀ ਚਿੱਠੀ ਜਿਹੜੀ ਚੀਰੀ ਉਹ ਪਾੜੀ ਜਾਂਦੀ। ਜਿਨ੍ਹਾਂ ਦੀ ਚੀਰੀ ਦਰਗਾਹ 'ਚ ਪਾਟ ਗਈ ਪਹਿਲਾਂ ਉਹਨਾਂ ਨੇ ਮਰਨਾ ਹੀ ਮਰਨਾ, ਉਹਨਾਂ ਨੇ ਜਾਣਾ ਹੀ ਜਾਣਾ, ਉਹਨਾਂ ਨੂੰ ਕੋਈ ਨਹੀਂ ਰੱਖ ਸਕਦਾ। ਮਹਾਰਾਜ ਇਸ ਲਈ ਫਰਮਾਉਂਦੇ ਜਿਨ ਕੀ ਚੀਰੀ ਦਰਗਾਹ ਪਾਟੀ ਤਿੰਨਾ ਮਰਨਾ ਭਾਈ। ਬਈ ਪਹਿਲਾਂ ਸਾਡੀ ਚੀਰੀ ਜਿਹੜੀ ਚਿੱਠੀ ਉਹ ਦਰਗਾਹ 'ਚ ਪਾੜ ਦਿੰਦੀ। ਜਿਹਦੀ ਚੀਰੀ ਦਰਗਾਹ 'ਚ ਪਾਟ ਗਈ ਉਹਨੇ ਜਾਣਾ ਹੀ ਜਾਣਾ, ਉਹਨੂੰ ਕੋਈ ਨਹੀਂ ਰੱਖ ਸਕਦਾ। ਉਹਦਾ ਸਮਾਂ ਆ ਗਿਆ, ਉਹਨੂੰ ਜਾਣਾ ਹੀ ਪੈਣਾ। ਫਿਰ ਜਾਣ ਦਾ ਕੀ ਕਾਰਨ ਬਣਦਾ ਹੈ, ਉਹ ਕਰਤੇ ਹੀ ਵਾਸੇ, ਕਾਰਨ ਕਰਤੇ ਹੀ ਵਾਸੇ। ਬਈ ਕੀ ਕਾਰਨ ਬਣਨਾ ਹੈ ਦੇਹ ਛੱਡਣ। ਕਈ ਵਾਰ ਤਾਂ ਕਿਸੇ ਨੂੰ ਕੁਛ ਵੀ ਨਹੀਂ ਹੋਇਆ ਹੁੰਦਾ, ਆਪਾਂ ਕਹਿੰਦੇ ਚੰਗਾ ਭਲਾ ਸੀ ਜੀ, ਕੀ ਹੋ ਗਿਆ, ਕਹਿੰਦੇ ਅਟੈਕ ਹੋ ਗਿਆ ਜੀ, ਉਹ ਸਮਾਂ ਆ ਗਿਆ ਉਹਦਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ, ਕਿਸੇ ਨੂੰ ਆਪਾਂ ਦੇਖਦੇ ਵੀ ਕੀ ਹੋ ਗਿਆ ਜੀ, ਉਹ ਕਹਿੰਦੇ ਵੀ ਉਹਨੇ ਤਾਂ ਆਤਮ ਹੱਤਿਆ ਕਰ ਲਈ ਜੀ, ਉਹ ਸਮਾਂ ਆ ਗਿਆ ਉਹਦਾ। ਜਦੋਂ ਸਮਾਂ ਆ ਗਿਆ ਉਹ ਰੋਕ ਹੀ ਨਹੀਂ ਸਕਦਾ। ਉਹ ਸੰਸਾਰੀ ਜੀਵ ਫਿਰ ਉਹਦੀ ਨਿੰਦਿਆ ਕਰਦੇ, ਬੜਾ ਮਾੜਾ ਕੰਮ ਕੀਤਾ। ਹੁਣ ਇਹਦੇ ਵਿੱਚ ਮਾੜਾ ਨਹੀਂ, ਕਿਉਂਕਿ ਉਹਨੇ ਜਾਣਾ ਹੀ ਸੀ, ਸਮਾਂ ਆ ਗਿਆ। ਹੁਣ ਸਜ਼ਾ ਉਹਨੂੰ ਇਸ ਕਰਕੇ ਨਹੀਂ ਦਿੱਤੀ ਜਾਂਦੀ ਵੀ ਤੂੰ ਆਤਮ ਹੱਤਿਆ ਕੀਤੀ ਕਿਉਂ। ਸਜ਼ਾ ਇਸ ਕਰਕੇ ਦਿੱਤੀ ਜਾਂਦੀ ਵੀ ਜਿਹੜਾ ਸਮਾਂ ਦਿੱਤਾ ਸੀ ਉਹਦੇ ਵਿੱਚ ਰਹਿ ਕੇ ਤੂੰ ਭਗਤੀ ਕੀਤੀ ਕਿ ਨਹੀਂ ਕੀਤੀ। ਕਿਉਂਕਿ ਜਨਮ ਤੇ ਮੌਤ ਤਾਂ ਮਾਲਕ ਦੇ ਵੱਸ ਆ। ਇਹ ਨਹੀਂ ਵੀ ਸੰਸਾਰ 'ਚੋਂ ਅਸੀਂ ਕਿਵੇਂ ਜਾਂਦੇ ਹਾਂ। ਸਾਨੂੰ ਜਿਹੜਾ ਸਮਾਂ ਦਿੱਤਾ ਜਨਮ ਤੋਂ ਲੈ ਕੇ ਮੌਤ ਤੱਕ ਦਾ ਜਿਹੜਾ ਸਫ਼ਰ ਸੱਟ, ਉਹ ਸਫ਼ਰ ਅਸੀਂ ਗੁਰੂ ਦੀ ਮੱਤ ਦੁਆਰਾ ਬਤੀਤ ਕੀਤਾ। ਉਹਦੇ ਵਿੱਚ ਜਿਹੜਾ ਸਾਨੂੰ ਮਕਸਦ ਦਿੱਤਾ ਸੀ ਸਾਡਾ ਜੀਵਨ ਦਾ, ਅਸੀਂ ਉਹ ਮਕਸਦ ਨੂੰ ਸਮਝ ਕੇ ਪੂਰਾ ਕੀਤਾ ਕਿ ਜਾਂ ਨਹੀਂ ਕੀਤਾ। ਅਸੀਂ ਸਵਾਸਾਂ ਦਾ ਧਨ ਜਿਹੜਾ ਸਾਨੂੰ ਦਿੱਤਾ ਉਹ ਕਿੱਥੇ ਕਿੱਥੇ ਖਰਚ ਕਰਦੇ ਰਹੇ, ਅਸੀਂ ਕੀ ਖੱਟਿਆ, ਇੱਥੇ ਰਹਿ ਕੇ ਤੇ ਕੀ ਗਵਾਇਆ, ਉਹਦਾ ਸਾਨੂੰ ਹਿਸਾਬ ਦੇਣਾ ਪੈਂਦਾ ਜਾ ਕੇ। ਜਿਹਨੂੰ ਮਾਰੇ ਕਹਿੰਦੇ ਕਿਆ ਤੇ ਖੱਟਿਆ ਕਹਾਂ ਗਵਾਇਆ, ਚਲੋ ਸਿਤਾਬ ਦੇ ਵਨ ਬੁਲਾਇਆ, ਚੱਲ ਦਰ ਹਾਲ ਦੇ ਵਨ ਬੁਲਾਇਆ, ਹਰ ਫਰਮਾਨ ਦਰਗਾਹ ਕਾਇਆ। ਬਈ ਇੱਥੇ ਰਹਿ ਕੇ ਅਸੀਂ ਕੀ ਖੱਟਿਆ ਤੇ ਕੀ ਗਵਾਇਆ, ਇਹਦਾ ਹਿਸਾਬ ਦੇਣਾ ਜਾ ਕੇ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਅਸੀਂ ਜਾ ਕੇ ਹਿਸਾਬ ਦੇਣਾ ਧਰਮ ਰਾਏ ਨੇ ਲੈਣਾ, ਬਈ ਫਿਰ ਅਸੀਂ ਕੀ ਮੁੱਖ ਲੈ ਕੇ ਜਾਵਾਂਗੇ ਜੇ ਹੁਣ ਅਸੀਂ ਇੱਥੇ ਰਹਿ ਕੇ ਸਿਮਰਨ ਭਗਤੀ ਨਾ ਕੀਤੀ।
ਮਹਾਰਾਜ ਇਸ ਲਈ ਫਰਮਾਉਂਦੇ, ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਂਗਾ। ਬਈ ਫਿਰ ਤੂੰ ਕਿਹੜਾ ਮੁਖ ਲੈ ਕੇ ਜਾਏਂਗਾ। ਕਿਉਂਕਿ ਇੱਧਰ ਜੇ ਜੀਵ ਇਸੇ ਮੁਖ ਦੁਆਰਾ ਨਿੰਦਿਆ ਕਰਦਾ ਰਿਹਾ, ਉਹ ਕਰਮ ਕਰਦਾ ਰਿਹਾ, ਬੈਰ ਵਿਰੋਧ ਵਾਲੀ, ਈਰਖਾ ਨਫ਼ਰਤ ਵਾਲੀ, ਇਹ ਇਸੇ ਮੁਖ ਦੁਆਰਾ ਫਿੱਕਾ ਬੋਲਦਾ ਰਿਹਾ ਵੀ ਜਦੋਂ ਮੈਂ ਵਾਪਸ ਆਵਾਂ ਮੈਨੂੰ ਇਹਦੀ ਸਜ਼ਾ ਦਿਓ ਜੀ। ਜਿਹਨੂੰ ਮਹਾਰਾਜ ਫਰਮਾਉਂਦੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਈ, ਫਿੱਕੋ ਫਿੱਕੀ ਸਦੀਏ ਫਿੱਕੋ ਫਿੱਕੀ ਸੋਈ, ਫਿੱਕਾ ਦਰਗੇ ਸਟੀਏ ਮੂੰਹ ਥੁੱਕਾਂ ਫਿੱਕੇ ਪਾਈ, ਫਿੱਕਾ ਮੂਰਖ ਆਖੀਏ ਪਾਣਾ ਲਈ ਸਜਾਈ। ਜਿਹੜੇ ਮੁਖ ਦੁਆਰਾ ਫਿੱਕਾ ਬੋਲਦੇ ਰਹੇ, ਫਿਰ ਉਹ ਮੁਖ ਜਦੋਂ ਲੈ ਕੇ ਜਾਵਾਂਗੇ ਤੇ ਸਾਨੂੰ ਫਿਰ ਜਮਾ ਦੀ ਮਾਰ ਸਹਿਣੀ ਪੈਣੀ ਸਾਨੂੰ। ਸੋ ਤਾਂ ਫਿਰ ਮਹਾਰਾਜ ਸਮਝਾਉਂਦੇ ਬਈ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲਿਆ, ਵੀ ਉਹ ਮਕਸਦ ਨੂੰ ਅਸੀਂ ਸਮਝ ਕੇ ਉਹਨੂੰ ਪੂਰਾ ਕਰਨਾ। ਜੇ ਅਸੀਂ ਪੂਰਾ ਕਰ ਲਿਆ, ਉਹ ਕਰਮ ਕੀਤਾ ਗੁਰੂ ਦੀ ਮੱਤ ਦੁਆਰਾ, ਸਾਡਾ ਮੁਖ ਉਜਲ ਹੋ ਜਾਣ, ਅਸੀਂ ਇੱਥੇ ਵੀ ਸੁਖੀ ਤੇ ਸਾਨੂੰ ਅੱਗੇ ਦਰਗਾਹ 'ਚ ਵੀ ਥਾਂ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਵੀ ਉਹਨਾਂ ਦੇ ਮੁਖ ਗੁਰਮੁਖਾਂ ਦੇ ਸਦਾ ਉਜਲ ਨੇ। ਸੱਚੇ ਦਰਬਾਰ ਦੇ ਵਿੱਚ ਜਿਹੜੇ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ ਤੇ ਜਿਨ੍ਹਾਂ ਦੇ ਅੰਦਰ ਨਾਮ ਨਿਧਾਨ ਖਜ਼ਾਨਾ, ਜਿਹੜੇ ਨਾਮ ਦੇ ਨਾਲ ਜੁੜੇ ਹੋਏ, ਮਹਾਰਾਜ ਫਰਮਾਉਂਦੇ ਜਿਨ੍ਹਾਂ ਅੰਤਰ ਨਾਮ ਨਿਧਾਨ ਹੈ, ਗੁਰਬਾਣੀ ਵਿਚਾਰ, ਤੈਨ ਕੇ ਮੁਖ ਸਾਧੂ ਉਜਲੇ ਤਿਤ ਸੱਚੇ ਦਰਬਾਰ। ਵੀ ਉਹਨਾਂ ਗੁਰਮੁਖਾਂ ਦੇ ਮੁਖ ਉਜਲ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਕ ਕਰਮ ਹੈ ਜਿਹੜਾ ਸਾਨੂੰ ਪਰਮਾਤਮਾ ਵਾਹਿਗੁਰੂ ਤੋਂ ਦੂਰ ਲੈ ਜਾਂਦਾ, ਇੱਕ ਕਰਮ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਨੇੜੇ ਲੈ ਆਉਂਦਾ ਤੇ ਅਸੀਂ ਆਪਦੇ ਘਰ ਚਲੇ ਜਾਂਦੇ। ਜਿਸ ਵਰਤਾਏ ਆਪਾਂ ਨੂੰ ਸਮਝਾਉਂਦੇ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਬਈ ਸਾਡਾ ਜਿਹੜਾ ਕਰਮਾਂ ਦਾ ਦੋਸ਼, ਵੀ ਸਾਡੇ ਕਰਮ ਕਿੱਦਾਂ ਦੇ, ਕਰਮ ਕੀ ਸਾਡੇ ਵਿਚਾਰ, ਵੀ ਅਸੀਂ ਇਹਨਾਂ ਵਿਚਾਰਾਂ ਕਰਕੇ ਹੀ, ਇਹਨਾਂ ਕਰਮਾਂ ਕਰਕੇ ਪਰਮਾਤਮਾ ਵਾਹਿਗੁਰੂ ਤੋਂ ਦੂਰ ਹਾਂ, ਆਪਦੇ ਘਰ ਤੋਂ ਦੂਰ ਹਾਂ ਇਹਨਾਂ ਵਿਚਾਰਾਂ ਕਰਕੇ। ਜਦੋਂ ਹੁਣ ਅਸੀਂ ਇਹਨਾਂ ਵਿਚਾਰਾਂ ਨੂੰ ਰੋਕ ਲਾਂਗੇ, ਉਹੀਓ ਜਦੋਂ ਅਸੀਂ ਆਪਦੀ ਮੱਤ ਦੁਆਰਾ ਇਸ ਸੰਸਾਰ ਦੀਆਂ ਵਿਚਾਰਾਂ ਕਰਦੇ ਪਰਮਾਤਮਾ ਤੋਂ ਦੂਰ ਹਾਂ, ਤੇ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਦੇ ਹੋਏ ਜਦੋਂ ਅਸੀਂ ਮਾਲਕ ਦੀ ਵਿਚਾਰ ਕਰਾਂਗੇ, ਇਹ ਕਰਮ ਕਰਾਂਗੇ, ਤੇ ਅਸੀਂ ਮਾਲਕ ਦੇ ਨੇੜੇ ਆ ਜਾਵਾਂਗੇ। ਹੁਣ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹੜੀ ਕਾਰ ਸਾਨੂੰ ਗੁਰੂ ਕਹਿ ਰਹੇ ਹੈ ਵੀ ਉਹ ਕਾਰੇ ਲੱਗੋ, ਉਹ ਕਾਰ ਕਰਮਾਓ। ਮਾਰੇ ਫਰਮਾਉਂਦੇ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਬਈ ਗੁਰੂ ਦਾ ਕਹਿਣਾ ਕਿਉਂ ਨਹੀਂ ਮੰਨਦੇ, ਵੀ ਉਹ ਜਿਹੜੀ ਕਾਰ ਕਹਿ ਰਹੇ ਸਾਨੂੰ ਕਮਾਉਣ ਨੂੰ, ਵੀ ਉਹ ਅਸੀਂ ਕਿਉਂ ਨਹੀਂ ਕਮਾਉਂਦੇ। ਜੇ ਅਸੀਂ ਗੁਰੂ ਦੀ ਦੱਸੀ ਹੋਈ ਕਾਰ ਨਹੀਂ ਕਮਾਵਾਂਗੇ, ਫਿਰ ਮਹਾਰਾਜ ਕਹਿੰਦੇ ਵੀ ਅਸੀਂ ਪਰਮਾਤਮਾ ਤੋਂ ਜੇ ਵਿਛੜੇ ਹਾਂ ਤੇ ਅਸੀਂ ਆਪਦੇ ਕਰਮਾਂ ਕਰਕੇ ਵਿਛੜੇ। ਇਹਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ। ਫਰਮਾਉਂਦੇ ਆਪ ਕਮਾਣੇ ਵਿਛੜੀ, ਦੋਸ਼ ਨ ਕਾਹੂੰ ਜੋਗ। ਬਈ ਮੈਂ ਤਾਂ ਆਪਦੇ ਕਰਮਾਂ ਕਰਕੇ ਹੀ ਮਾਲਕ ਤੋਂ ਵਿਛੜੀ, ਕਿਸੇ ਹੋਰ ਦਾ ਤਾਂ ਦੋਸ਼ ਹੈ ਹੀ ਨਹੀਂ, ਤੇ ਨਾ ਹੀ ਅਸੀਂ ਕਿਸੇ ਨੂੰ ਹੋਰ ਦੋਸ਼ ਦੇ ਸਕਦੇ। ਤਾਈਓ ਮਹਾਰਾਜ ਸਾਨੂੰ ਫਰਮਾਉਂਦੇ ਦਾਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨ।
ਵੀ ਅਸੀਂ ਕਿਸੇ ਹੋਰ ਨੂੰ ਤਾਂ ਦੋਸ਼ ਦੇ ਹੀ ਨਹੀਂ ਸਕਦੇ। ਦੋਸ਼ ਤਾਂ ਸਾਡਾ ਆਪਦਾ ਹੀ ਹੈ, ਸਾਡੇ ਕਰਮਾਂ ਦਾ ਦੋਸ਼। ਕਰਮ ਕੀ ਨੇ? ਸਾਡੇ ਵਿਚਾਰ, ਸਾਡੇ ਫੁਰਨੇ, ਇਹੋ ਸਾਡੇ ਕਰਮ ਨੇ। ਵੀ ਅਸੀਂ ਵਿਚਾਰ ਫੁਰਨੇ ਕਿੱਦਾਂ ਦੇ ਲੈਂਦੇ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਕਰਮਾਂ ਕਰਕੇ ਅਸੀਂ ਮਾਲਕ ਤੋਂ ਵਿਛੜੇ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਬਈ ਅਸੀਂ ਇੱਧਰ ਆ ਕੇ ਇਹਨਾਂ ਕਰਮਾਂ ਦੇ ਵਿੱਚ ਵੱਝ ਗਏ ਹਾਂ, ਵਿਚਾਰਾਂ ਦੇ ਵਿੱਚ। ਪਰਮਾਤਮਾ ਨੂੰ ਅਸੀਂ ਭੁੱਲਦੇ ਭੁੱਲ ਹੀ ਗਏ। ਉਹ ਕਰਮਾਂ ਕਰਕੇ ਅਸੀਂ ਦੂਰ ਆ ਗਏ ਪਰਮਾਤਮਾ ਤੋਂ, ਵਿਚਾਰਾਂ ਕਰਕੇ। ਹੁਣ ਤਾਂ ਫਿਰ ਸਾਨੂੰ ਸਮਝਾਉਂਦੇ ਵੀ ਇਹ ਮਨ ਦੇ ਬਾਕੀ ਸਾਰੇ ਕੰਮ ਛੱਡ ਕੇ ਤੁਸੀਂ ਇੱਕੋ ਹੀ ਕਰਮ ਕਰੋ, ਜਿਹੜਾ ਕਰਮ ਸਾਨੂੰ ਕਰਨ ਨੂੰ ਕਹਿ ਰਹੇ ਗੁਰੂ ਸਾਹਿਬ, ਉਹ ਹੈ ਸਿਮਰਨ ਅਭਿਆਸ। ਮਹਾਰਾਜ ਕਹਿੰਦੇ ਰਾਮ ਰਾਮ ਬੋਲ, ਰਾਮ ਰਾਮ ਤੇ ਆਗੋ ਮਨ ਕੇ ਸਗਲ ਕਾਮ। ਬਈ ਮਨ ਦੇ ਹੋਰ ਸਾਰੇ ਕੰਮ, ਕਿਉਂਕਿ ਮਨ ਹੋਰ ਤਾਂ ਕੁਛ ਕਰਦਾ ਨਹੀਂ, ਤਾਂ ਸਿਰਫ ਵਿਚਾਰ ਹੀ ਲੈਂਦਾ ਫੁਰਨੀ। ਹੁਣ ਇਹੋ ਮਨ ਦੇ ਕਰਮ ਨੇ, ਤੇ ਇਹਨਾਂ ਕਰਮਾਂ ਨੂੰ ਅਸੀਂ ਛੱਡਣਾ, ਵਿਚਾਰਾਂ ਨੂੰ। ਇੱਕੋ ਕਰਮ ਕਰਨਾ, ਪਰਮਾਤਮਾ ਦਾ ਸਿਮਰਨ। ਇਸ ਲਈ ਆਪਾਂ ਨੂੰ ਸਮਝਾਉਂਦੇ ਰਾਮ ਸਿਮਰ, ਰਾਮ ਸਿਮਰ, ਇਹ ਤੇਰੇ ਕਾਜ ਹੈ। ਬਈ ਅਸਲ ਤੇਰਾ ਕਾਰਜ ਮਹਾਰਾਜ ਕਹਿੰਦੇ ਇਹੀ ਆ, ਪਰਮਾਤਮਾ ਦਾ ਸਿਮਰਨ ਕਰਨਾ। ਜਿਹੜੇ ਅਸੀਂ ਹੋਰ ਵਿਚਾਰ ਲੈਂਦੇ ਇਹਨਾਂ ਨੂੰ ਅਵਰ ਕਾਜ ਕਹਿੰਦੇ। ਇਹ ਅਵਰ ਕਾਜ ਸਾਡੇ ਕਿਸੇ ਕੰਮ ਆਉਣ ਵਾਲੇ ਨਹੀਂ। ਮਹਾਰਾਜ ਤਾਈਆਂ ਸਾਨੂੰ ਰੋਜ਼ ਫਰਮਾਉਂਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਬਈ ਬਾਕੀ ਜਿਹੜੇ ਸਾਡੇ ਕਰਮ ਇਹ ਲੋਕਾਚਾਰੀ ਦੇ ਨੇ। ਅਸੀਂ ਲੋਕਾਂ ਨੂੰ ਖੁਸ਼ ਕਰਨ 'ਤੇ ਲੱਗੇ ਵੀ ਸੰਸਾਰ ਸਾਡੇ 'ਤੇ ਕਿਵੇਂ ਖੁਸ਼ ਹੋ ਜੀ, ਸਾਡੇ ਨਾਲ ਲੋਕ ਕਿਤੇ ਗੁੱਸੇ ਹੀ ਨਾ ਹੋ ਜਾਣ। ਅਤੇ ਅਸੀਂ ਇਹ ਲੋਕਾਚਾਰੀ ਕਰਦੇ ਹਾਂ ਵੀ ਲੋਕ ਕੀ ਕਹਿਣਗੇ। ਮਹਾਰਾਜ ਸਾਨੂੰ ਕਹਿੰਦੇ ਅਵਰ ਕਾਜ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਆਧਾਰ। ਬਈ ਅਸੀਂ ਸਤ ਸੰਗਤ ਕਰਕੇ ਇਹਦੇ ਨਾਲ ਸਾਡੇ ਮਨ ਦਾ ਆਧਾਰ ਹੋਣ, ਸਾਡੇ ਮਨ ਨੇ ਇਹਨਾਂ ਵਿਚਾਰਾਂ ਫੁਰਨਿਆਂ ਤੋਂ ਉੱਪਰ ਉੱਠਣਾ ਅਤੇ ਅਸੀਂ ਸੁਖੀ ਹੋਣ। ਬਾਕੀ ਜਿਹੜੇ ਉਹ ਲੋਕਾਚਾਰੀ। ਹੁਣ ਸਤਿਗੁਰੂ ਕਹਿੰਦੇ ਵੀ ਇਹ ਲੋਕਾਚਾਰੀ ਅਸੀਂ ਕਿੰਨੀ ਵੀ ਕਰ ਲਈਏ, ਇਹਨਾਂ ਨੇ ਸਾਡਾ ਅੱਗੇ ਕਿਸੇ ਨੇ ਸਾਥ ਨਹੀਂ ਦੇਣਾ। ਮਹਾਰਾਜ ਤਾਈਆਂ ਸਾਨੂੰ ਸਮਝਾਉਂਦੇ, ਕਹਿੰਦੇ ਦੁਨੀਆ ਕੀਆਂ ਵਡਿਆਈਆਂ ਆਵੇ ਕਬਣੇ ਕਾਮ। ਇਹ ਦੁਨੀਆ ਦੀਆਂ ਵਡਿਆਈਆਂ ਸਾਡੇ ਅੱਗੇ ਕਿਸੇ ਕੰਮ ਆਉਣ ਵਾਲੀਆਂ ਨਹੀਂ ਹੈ। ਅਤੇ ਇਹ ਸੰਸਾਰ ਦੀ ਵਡਿਆਈ ਵੀ ਝੂਠੀ, ਇਹ ਸੰਸਾਰ ਵੀ ਝੂਠਾ ਅਤੇ ਇਹਦੀਆਂ ਵਡਿਆਈਆਂ ਵੀ ਝੂਠੀਆਂ, ਕਿਉਂਕਿ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ, ਅੱਗੇ ਸਾਡੇ ਨਾਲ ਨਹੀਂ ਚੱਲਦਾ ਇੱਥੋਂ। ਤਾਈਆਂ ਮਹਾਰਾਜ ਕਹਿੰਦੇ ਵੀ ਇਹਨਾਂ ਨੂੰ ਤਾਂ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਇਹ ਸੰਸਾਰ ਦੀਆਂ ਵਡਿਆਈਆਂ ਨੂੰ ਜਲਾ ਦੇ। ਵੀ ਇਹਨਾਂ ਚੰਦਰੀਆਂ ਨੇ ਹੀ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੱਤੇ, ਅਸੀਂ ਸੰਸਾਰ ਦੀਆਂ ਵਡਿਆਈਆਂ ਪਿੱਛੇ ਭੱਜਦੇ। ਮਹਾਰਾਜ ਇਸ ਲਈ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਨਾਨਕ ਇੰਨੀ ਜਲਣੀ ਨਾਮ ਵਿਸਾਰਿਆ ਇੱਕ ਨਾ ਚੱਲੀਆਂ ਨਾਲ। ਸਤਿਗੁਰੂ ਕਹਿੰਦੇ ਇਹ ਸੰਸਾਰ ਦੀਆਂ ਵਡਿਆਈਆਂ ਮਨ ਨੂੰ ਕਹਿੰਦੇ ਇਹਨੂੰ ਅੱਗ 'ਚ ਜਾਲ ਦਿੱਤੀ। ਇਹਨਾਂ ਚੰਦਰੀਆਂ ਨੇ ਤੇਰੇ ਨਾਲ ਨਹੀਂ ਜਾਣਾ, ਇਹਨਾਂ ਨੇ ਤੈਨੂੰ ਮਾਲਕ ਨੂੰ ਭੁਲਾ ਦੇਣਾ। ਅਤੇ ਇੱਕ ਤੇਰੇ ਨਾਲ ਵੀ ਨਹੀਂ ਚੱਲਣੀ ਇਹਨਾਂ ਦੇ ਵਿੱਚੋਂ। ਸੰਸਾਰ ਜਾਏ ਆਪਣੀ ਜਿੰਨੀ ਮਰਜ਼ੀ ਵਡਿਆਈ ਕਰੀ ਜਾਵੇ, ਉਹ ਸਾਡੇ ਨਾਲ ਨਹੀਂ ਅੱਗੇ ਜਾਂਦੀਆਂ ਸੰਸਾਰ ਦੀਆਂ ਵਡਿਆਈਆਂ। ਇਹ ਸਾਰਾ ਕੁਛ ਇੱਥੇ ਹੀ ਰਹਿ ਜਾਂਦਾ। ਵਡਿਆਈ ਤਾਂ ਮਾਲਕ ਦੇ ਘਰ 'ਚੋਂ ਆਪਾਂ ਨੂੰ ਮਿਲਦੀ ਜਦੋਂ ਅਸੀਂ
ਮਾਲਕ ਦੀ ਬੰਦਗੀ ਕਰਦੇ, ਭਗਤੀ ਕਰਦੇ। ਫਿਰ ਆਪਾਂ ਨੂੰ ਸਤਿਗੁਰੂ ਵਡਿਆਈਆਂ ਦਿੰਦੇ। ਤਾਈਆਂ ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਗੁਰੂ ਵਿੱਚ ਉਹਨਾਂ ਗੁਰਮੁਖਾਂ ਦੀ ਕਿੰਨੀ ਵਡਿਆਈ, ਕਿੰਨੀ ਮਹਿਮਾ ਕਰਦੇ ਨੇ, ਜਿਹੜੇ ਮਾਲਕ ਦਾ ਸਿਮਰਨ ਕਰਦੇ, ਜਿਹੜੇ ਉਹਦੇ ਗੁਣ ਗਾਉਂਦੇ, ਉਹਦੀ ਸਿਫਤ ਸਲਾਹ, ਉਹਦੀ ਵਡਿਆਈ ਕਰਦੇ। ਉਹਨਾਂ ਨੂੰ ਕਹਿੰਦੇ ਸ਼ਾਹ ਨੇ, ਪਾਤਸ਼ਾਹ ਨੇ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਸੇ ਪਾਤਸ਼ਾਹ। ਜਿਹੜੇ ਸਿਮਰਨ ਕਰਦੇ ਉਹਨਾਂ ਨੂੰ ਕਹਿੰਦੇ ਵੱਡੇ ਭਾਗਾਂ ਵਾਲੇ ਨੇ, ਵਡਭਾਗੀ ਨੇ। ਵਡਭਾਗੀਆਂ ਬਾਹੋ ਬਾਹੋ ਮੂੰਹੋਂ ਕਢਾਈ। ਜਿਹੜੇ ਸਤਸੰਗਤ ਕਰਦੇ ਉਹਨਾਂ ਨੂੰ ਕਹਿੰਦੇ ਸੁੰਦਰ ਨੇ, ਸੋਹਣੇ ਨੇ। ਵੀ ਇਹ ਸਤਸੰਗ 'ਚ ਬਹਿੰਦੇ ਅਤੇ ਮਾਲਕ ਦੀ ਮਹਿਮਾ ਕਰਦੇ, ਵਡਿਆਈ ਕਰਦੇ। ਸਹੀ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣੇ। ਇਹ ਵਡਿਆਈਆਂ ਫਿਰ ਸਾਨੂੰ ਸਤਿਗੁਰ ਦੇ ਘਰ 'ਚੋਂ ਮਿਲਦੀਆਂ। ਤਾਈਆਂ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੇ ਫਿਰ ਸਤਿਗੁਰ ਨੂੰ ਪੂਜਿਆ, ਫਿਰ ਉਹਨਾਂ ਦੀ ਮਾਲਕ ਮਹਿਮਾ ਕਰਾਉਂਦਾ, ਉਹਨਾਂ ਦੀ ਵਡਿਆਈ ਕਰਾਉਂਦਾ। ਜਨ ਨਾਨਕ ਜਿਨ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਵਡਿਆਈਆਂ, ਇਹ ਵਧਾਈਆਂ, ਇਹ ਸਾਡੇ ਮਨ ਨੂੰ ਮਿਲਦੀਆਂ ਸਤਿਗੁਰੂ ਦਿੰਦੇ। ਜਿਹਨੂੰ ਮਹਾਰਾਜ ਕਹਿੰਦੇ ਵਧਾਈਆਂ ਗੁਰ ਸਿੱਖਾਂ ਮਨ ਵਧਾਈਆਂ, ਜਿਨੀ ਮੇਰਾ ਸਤਿਗੁਰ ਡਿਠਾ ਰਾਮ ਰਾਜੀ। ਵੀ ਉਹਨਾਂ ਨੂੰ ਵਧਾਈਆਂ, ਉਹਨਾਂ ਨੂੰ ਵਡਿਆਈਆਂ ਗੁਰਮੁਖਾਂ ਨੂੰ। ਵੀ ਜਿਨ੍ਹਾਂ ਨੇ ਸਤਿਗੁਰ ਦੇ ਦਰਸ਼ਨ ਕਰ ਲਏ, ਜਿਹੜੇ ਸਤਿਗੁਰ ਨੂੰ ਜਾ ਮਿਲੇ, ਆਪਣੇ ਘਰ ਚਲੇ ਗਏ। ਸੋ ਤਾਈਓਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇੱਕ ਤਾਂ ਇਹ ਸੰਸਾਰ ਦੀਆਂ ਵਡਿਆਈਆਂ ਲੋਕਾਚਾਰ ਇਹ ਤਾਂ ਝੂਠੀਆਂ ਨੇ। ਸੰਸਾਰ ਦਾ ਇਹ ਨਹੀਂ ਪਤਾ ਵੀ ਅੱਜ ਜਿਹਨੂੰ ਚੰਗਾ ਕਹਿੰਦਾ, ਜਿਹਦੀ ਵਡਿਆਈ ਕਰਦਾ, ਕੱਲ੍ਹ ਨੂੰ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦੇ। ਇਹ ਤਾਂ ਆਪਾਂ ਆਮ ਹੀ ਦੇਖਦੇ ਨਾ ਸੰਸਾਰ ਦੇ ਵਿੱਚ, ਵੀ ਜਿਹਨੂੰ ਪਹਿਲਾਂ ਜੀਵ ਸਲਾਹੁੰਦਾ, ਜਿਹਨੂੰ ਚੰਗਾ ਕਹਿੰਦਾ, ਮੁੜ ਕੇ ਉਹਦੀ ਨਿੰਦਿਆ ਸ਼ੁਰੂ ਕਰ ਦਿੰਦਾ। ਉਹਨੂੰ ਹੀ ਭੰਡਦਾ ਫਿਰਦਾ, ਉਹਦੀ ਨਿੰਦਿਆ ਕਰਦਾ ਫਿਰਦਾ। ਕਿਉਂਕਿ ਸੰਸਾਰ ਹੈ ਜਿਹੜਾ ਮਤਲਬੀ, ਇੱਥੇ ਜੀਵ ਸਵਾਰਥੀ ਨੇ। ਜੇ ਤਾਂ ਤੁਸੀਂ ਉਹਨਾਂ ਦਾ ਸਵਾਰਥ ਪੂਰਾ ਕਰਦੇ ਹੋ ਤੇ ਕਹਿਣਗੇ ਚੰਗਾ ਹੈ ਜੀ। ਜਦੋਂ ਦੇਖਿਆ ਨਹੀਂ ਸਵਾਰਥ ਕੋਈ ਪੂਰਾ ਹੁੰਦਾ, ਉਦੋਂ ਹੀ ਉਹਦੇ ਖਿਲਾਫ ਹੋ ਜਾਣਗੇ, ਉਹਦੇ ਹੀ ਉਲਟ ਉਹਦੀ ਨਿੰਦਿਆ ਸ਼ੁਰੂ ਕਰ ਦੇਣਗੇ। ਤਾਈਓਂ ਮਹਾਰਾਜ ਕਹਿੰਦੇ ਵੀ ਜਿਹੜੀ ਮਨਮੁਖਾਂ ਦੀ ਦੋਸਤੀ ਹੁੰਦੀ, ਮਨਮੁਖਾਂ ਦਾ ਪਿਆਰ, ਵੀ ਇਹ ਸਿਰਫ ਸੰਸਾਰ ਦਾ ਮਾਇਆ ਤੱਕ ਸੀਮਤ ਹੁੰਦਾ, ਲੈਣ ਦੇਣ ਕਰਦੇ। ਚਾਹੇ ਉਹ ਆਪਣਾ ਪਰਿਵਾਰ ਹੀ ਕਿਉਂ ਨਾ ਹੋਵੇ। ਜੇ ਅਸੀਂ ਗੁਰੂ ਦੀ ਮੱਤ ਲੈ ਕੇ ਨਹੀਂ ਚੱਲਦੇ, ਨਹੀਂ ਸਤਸੰਗਤ ਕਰਦੇ, ਫਿਰ ਜਿਹਨੂੰ ਆਪਾਂ ਪਿਆਰ ਕਹਿੰਦੇ ਹਾਂ, ਇਹ ਪਿਆਰ ਸਿਰਫ ਮਾਇਆ ਤੱਕ, ਸੰਸਾਰ ਦਾ। ਬਈ ਜਦ ਤੱਕ ਤਾਂ ਦੇਖਦੇ ਕੋਈ ਸਵਾਰਥ ਹੈ ਪੂਰਾ ਹੁੰਦਾ ਤੇ ਠੀਕ ਹੈ, ਪਿਆਰ ਹੈ ਜੀ। ਜਦੋਂ ਦੇਖਿਆ ਵੀ ਇਹ ਸਵਾਰਥ ਸਾਡਾ ਹੁਣ ਇਹਨਾਂ ਤੋਂ ਕੋਈ ਪੂਰਾ ਨਹੀਂ ਹੋਣਾ, ਫਿਰ ਉਹਦੇ ਹੀ ਖਿਲਾਫ ਹੋ ਜਾਂਦੇ, ਉਹਦੇ ਹੀ ਉਲਟ ਹੋ ਜਾਂਦੇ। ਇਉਂ ਮਹਾਰਾਜ ਕਹਿੰਦੇ ਵੀ ਮਨਮੁਖਾਂ ਦਾ ਪਿਆਰ ਕਦੋਂ ਤੱਕ ਨਿਭਦਾ, ਜਦ ਤੱਕ ਇਹ ਸੰਸਾਰ ਦਾ ਲੈਣ ਦੇਣ ਕਰਦੇ। ਮਨਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਦੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਣ ਬੰਦ। ਜਿਚਰ ਪਹਿਨਣ ਖਾਵਣੇ ਤਿਚਰ ਰੱਖਣ ਗੰਢ, ਜਿਤ ਦਿਨ ਕਿਛ ਨਾ ਹੋਵੀ ਤੇ ਦਿਨ ਬੋਲਣ ਗੰਧ। ਬਈ ਜਦੋਂ ਦੇਖਿਆ ਵੀ ਨਹੀਂ ਸਾਡਾ ਮਤਲਬ ਪੂਰਾ ਹੁੰਦਾ, ਉਹਦੇ ਖਿਲਾਫ ਹੋ ਜਾਣਗੇ, ਉਹਨੇ ਹੀ ਗੰਦ ਬੋਲਣਾ ਸ਼ੁਰੂ ਕਰ ਦੇਣਗੇ, ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦੇਣਗੇ। ਸੋ ਤਾਂ ਫਿਰ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਜਿਹਦੇ ਪਿੱਛੇ ਜੀਵ ਦਿਨ ਰਾਤ ਭੱਜਿਆ ਫਿਰਦਾ, ਵੀ ਇਹ ਸੰਸਾਰ ਦੇ ਵਿੱਚ ਮੇਰਾ ਨਾਂ ਹੋ ਜੀ, ਇਹ ਇੱਥੇ ਮੈਨੂੰ ਜੀਵ ਚੇਤੇ ਕਰਦੇ ਰਹਿਣ, ਮੇਰੀ ਸ਼ੋਭਾ ਕਰਨ, ਬਾਅਦ 'ਚੋਂ ਮੈਨੂੰ ਯਾਦ ਕਰਨ। ਇਹ ਇੱਥੇ ਮਤਲਬ ਤੋਂ ਬਿਨਾਂ ਕੋਈ ਕਿਸੇ ਨੂੰ ਯਾਦ ਨਹੀਂ ਕਰਦਾ।
ਇਹ ਸੰਸਾਰ ਦਾ ਐਸਾ ਹੈ ਵੀ ਆਪਾਂ ਦੇਖਦੇ ਸੰਸਾਰ 'ਚ ਜਦੋਂ ਕੋਈ ਜੀਵ ਚਲਾ ਜਾਂਦਾ ਆਪਣੇ ਪਰਿਵਾਰ ਦਾ ਹੀ ਆਪਾਂ ਕਿੰਨਾ ਕੁ ਯਾਦ ਕਰਦੇ ਬਾਅਦ 'ਚ। ਥੋੜ੍ਹਾ ਸਮਾਂ ਜੀਵ ਯਾਦ ਕਰਨਗੇ ਕਿਉਂਕਿ ਉਹ ਕੰਮ ਜਿਹੜਾ ਉਹ ਕਰਦਾ ਹੁੰਦਾ ਉਹ ਥੋੜ੍ਹਾ ਜਿਹਾ ਉਹਨਾਂ ਨੂੰ ਉਸ ਸਮੇਂ ਲੱਗਦਾ ਕਿਉਂਕਿ ਉਹਨਾਂ ਦੇ ਉੱਤੇ ਬੋਝ ਆ ਜਾਂਦਾ, ਉਹਨਾਂ ਨੂੰ ਖੁਦ ਕਰਨਾ ਪੈਂਦਾ। ਜਦੋਂ ਹੌਲੀ ਹੌਲੀ ਉਹ ਕੰਮ ਕਰਨ ਦੇ ਆਦੀ ਹੋ ਜਾਂਦੇ, ਚੱਲ ਪੈਂਦਾ ਅਤੇ ਉਹਨੂੰ ਭੁੱਲਦੇ ਜਾਂਦੇ। ਪਹਿਲਾਂ ਥੋੜ੍ਹਾ ਯਾਦ ਕਰਨਗੇ, ਫਿਰ ਕਦੇ ਕਦੇ ਫਿਰ ਬਿਲਕੁਲ ਹੀ ਭੁੱਲਦੇ ਕੀ ਕਹਿਣਾ, ਕਿਤੇ ਸਾਲਾਂ ਵਧੀ ਚੇਤੇ ਕਰ ਲਿਆ ਤਾਂ ਠੀਕ। ਸੋ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਜਿਹੜਾ ਸੰਸਾਰ ਦਾ ਵੀ ਇਹ ਸਿਰਫ ਓਨਾ ਸਮਾਂ ਹੀ ਹੈ ਵੀ ਜਿੰਨਾ ਸਮਾਂ ਵੀ ਇਹ ਸਵਾਰਥ ਕਰਮ ਹੈ। ਅਤੇ ਤਾਈਓ ਮਹਾਰਾਜ ਸਾਨੂੰ ਝੂਠਾ ਕਹਿੰਦੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸਿਉ ਹੀ ਸਭ ਲਾਗਿਓ, ਕਿਆ ਦਾਰਾ ਕਿਆ ਮੀਤ। ਵੀ ਇੱਥੇ ਇੱਕ ਦੂਸਰੇ ਨਾਲ ਜੀਵ ਆਪੋ ਆਪਣੇ ਸੁੱਖ ਸਹੂਲਤਾਂ ਕਰਕੇ ਬੱਝੇ ਹੋਏ ਨੇ, ਸਵਾਰਥ ਕਰਕੇ। ਜਦ ਤੱਕ ਸਵਾਰਥ ਹੈ ਪਿਆਰ ਹੈ, ਜਦੋਂ ਦੇਖਿਆ ਨਹੀਂ ਸਵਾਰਥ ਪੂਰਾ ਹੁੰਦਾ ਉਹਦੇ ਖਿਲਾਫ ਜੰਤੀ। ਉਹ ਤਾਂ ਫਿਰ ਮਹਾਰਾਜ ਕਹਿੰਦੇ ਵੀ ਜਿਹਦੀ ਖਾਤਰ ਜੀਵ ਸਾਰੀ ਉਮਰ ਸੰਸਾਰ ਦੇ ਵਿੱਚ ਭੱਜਿਆ ਫਿਰਦਾ ਹੈ, ਵੀ ਜਦੋਂ ਸਾਡੇ 'ਤੇ ਮੁਸੀਬਤ ਆਉਂਦੀ, ਔਖੀ ਘੜੀ ਆਉਂਦੀ, ਅੱਗੇ ਕੋਈ ਸਾਥ ਨਹੀਂ ਦਿੰਦਾ। ਜੇ ਮਾਤ ਪਿਤਾ ਸੁਤ ਮੀਤ ਨਾ ਭਾਈ, ਬਈ ਜਿੱਥੇ ਅਸੀਂ ਜਾਣਾ ਦੇਸ਼ ਛੱਡਣ ਤੋਂ ਮਗਰੋਂ ਉੱਥੇ ਸਾਡੇ ਆ ਮਾਤਾ ਪਿਤਾ ਭੈਣ ਭਰਾ ਸੱਜਣ ਮਿੱਤਰ ਉੱਥੇ ਕੋਈ ਵੀ ਨਹੀਂ ਜਾਂਦਾ, ਸਭ ਇੱਥੇ ਹੀ ਰਹਿ ਜਾਂਦੇ। ਹੁਣ ਉੱਥੇ ਜਿਹਨੇ ਸਾਡੇ ਨਾਲ ਤੋੜ ਨਿਭਣਾ ਉਹ ਸਾਡਾ ਅਸਲ ਸੱਜਣ ਹੈ, ਮਾਲਕ ਨਾਮ। ਉਹਨੇ ਜਿੱਥੇ ਸਾਤੋਂ ਲੇਖਾ ਮੰਗਿਆ ਜਾਣਾ ਉਹ ਸੱਜਣ ਉੱਥੇ ਵੀ ਨਾਲ ਖੜਾ ਹੁੰਦਾ ਸਾਡੇ। ਇਉਂ ਮਹਾਰਾਜ ਕਹਿੰਦੇ ਸੱਜਣ ਸਹੀ ਨਾਲ ਮੈਂ ਚੱਲਦੇ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੇ ਸਨ। ਬਈ ਜਿੱਥੇ ਸਾਤੋਂ ਲੇਖਾ ਹਿਸਾਬ ਕਿਤਾਬ ਵੀ ਲਿਆ ਜਾਂਦਾ ਉਹ ਸੱਜਣ ਉੱਥੇ ਵੀ ਖੜਾ ਦਿਸਦਾ ਸਾਡੇ ਨਾਲ ਖੜਾ ਹੈ। ਅਤੇ ਤਾਈਓ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹਨੂੰ ਸੱਜਣ ਬਣਾਓ ਨਾਮ ਨੂੰ, ਜਿਹਨੇ ਸਾਨੂੰ ਇੱਥੇ ਵੀ ਸੁੱਖ ਦੇਣਾ ਅਤੇ ਜਿਹਨੇ ਚੱਲਦਿਆਂ ਦੇ ਨਾਲ ਸਾਡੇ ਅੱਗੇ ਵੀ ਚੱਲਣਾ। ਅਤੇ ਉਹ ਸੱਜਣ ਹੈ ਨਾਮ, ਅਤੇ ਉਹ ਨਾਮ ਤੱਕ ਪਹੁੰਚਣ ਵਾਸਤੇ ਫਿਰ ਇਹ ਆਪਾਂ ਨੂੰ ਸਿਮਰਨ ਕਰਨਾ ਪੈਂਦਾ। ਜਿਉਂ ਅਸੀਂ ਸਿਮਰਨ ਕਰਾਂਗੇ ਸਾਡਾ ਮਨ ਸਹਿਜ ਵਿੱਚ ਜਾਏਗਾ ਅਤੇ ਫਿਰ ਅਸੀਂ ਉਹ ਸੱਜਣ ਨਾਮ ਦੇ ਨਾਲ ਜੁੜਾਂਗੇ। ਅਤੇ ਉਹ ਸੱਜਣ ਤੱਕ ਪਹੁੰਚਣ ਵਾਸਤੇ ਇਹਦੇ ਨਾਲ ਸਿਮਰਨ ਅਤੇ ਨਾਲ ਗੁਰੂ ਦੀ ਮੱਤ ਗਿਆਨ, ਤਾਂ ਕਿ ਸਾਡਾ ਮਨ ਰੋਸ ਨਾ ਕਰੇ, ਇਹ ਭਲਾ ਕਰਕੇ ਮੰਨੇ ਅਤੇ ਫਿਰ ਇਹ ਸਹਿਜ ਵਿੱਚ ਚਲਾ ਜਾਏਗਾ, ਆਪਣੇ ਘਰ ਚਲਾ ਜਾਏਗਾ। ਅਤੇ ਸਹਿਜ ਦੇ ਵਿੱਚ ਨਾਮ ਹੈ। ਇਉਂ ਮਹਾਰਾਜ ਸਾਨੂੰ ਸਮਝਾਉਂਦੇ ਵੀ ਘਰ ਜਾਣ ਵਾਸਤੇ ਕੀ ਕਰੀਏ। ਕਹਿੰਦੇ ਗੁਰ ਸ਼ਬਦੀ ਤਰੀਏ ਬਾਹਰ ਨਾ ਮਰੀਏ, ਚੂਕੇ ਆਵਣ ਜਾਣਾ ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਬਈ ਜੋ ਮਾਲਕ ਕਰ ਰਿਹਾ ਉਹਨੂੰ ਭਲਾ ਕਰਕੇ ਮੰਨਾਂਗੇ ਅਤੇ ਸਾਡਾ ਮਨ ਸਹਿਜ ਵਿੱਚ ਚਲਾ ਜਾਏਗਾ। ਸਹਿਜ ਆਪਣਾ ਘਰ ਹੈ, ਉੱਥੇ ਗਿਆ ਨੂੰ ਸਾਨੂੰ ਅੰਮ੍ਰਿਤ ਵੀ ਆਏਗਾ, ਸਾਡੇ ਮਨ ਦਾ ਭੋਜਨ। ਸਾਨੂੰ ਉਹ ਸੱਜਣ ਨਾਮ, ਉਹ ਫਿਰ ਸਾਨੂੰ ਸੱਜਣ ਦੇ ਨਾਲ ਵੀ ਸਾਡਾ ਮਿਲਾਪ ਹੋ ਜਾਣਾ। ਜਿਹਨੂੰ ਮਹਾਰਾਜ ਕਹਿੰਦੇ ਸੱਜਣ ਮਿਲੇ ਸੱਜਣ ਸੱਚੇ ਸ਼ਬਦ ਸਮਾਈ, ਵੀ ਫਿਰ ਉਹ ਅਸੀਂ ਸੱਚੇ ਸ਼ਬਦ 'ਚ ਸਮਾਉਣਾ ਨਾਮ ਦੇ ਵਿੱਚ, ਉਹ ਸਾਡਾ ਅਸਲ ਸੱਜਣ। ਹੁਣ ਉਹ ਨਾਮ ਤੱਕ ਪਹੁੰਚਣ ਵਾਸਤੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੋ ਹੀ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਸੇ ਮਨ ਕਰਦੇ ਨਾਲ ਗੁਰੂ ਦੀ ਮੱਤ ਮਨ ਨੂੰ ਦਿੰਦੇ, ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨਦੇ, ਸਾਡਾ ਮਨ ਫਿਰ ਆਪਣੇ ਘਰ ਚਲਾ ਜਾਂਦਾ ਸਹਿਜ ਦੇ ਵਿੱਚ। ਇਹੋ ਹੁਣ ਆਪਣੇ ਮਨ ਨੂੰ ਸਮਝਾਉਂਦੇ ਵੀ ਤੂੰ ਭੁੱਲਾ ਕਾਹਤੋਂ ਫਿਰਦਾ ਹੈ, ਵੀ ਜੋ ਮਾਲਕ ਕਰਦਾ ਉਹਨੂੰ ਭਲਾ ਕਰਕੇ ਜਾਣ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜੋ ਮਾਲਕ ਕਰਦਾ ਜੇ ਅਸੀਂ ਉਹਨੂੰ ਭਲਾ ਕਰਕੇ ਜਾਣਾਂਗੇ ਤੇ ਸਾਡਾ ਮਨ ਫਿਰ ਆਪਣੇ ਘਰ ਜਾਏਗਾ ਸਹਿਜ ਦੇ ਵਿੱਚ, ਫਿਰ ਅਸੀਂ ਨਾਮ ਦੇ ਨਾਲ ਜੁੜਾਂਗੇ। ਮਹਾਰਾਜ ਕਹਿੰਦੇ ਜੋ ਕਿਛ ਕਰੇ ਸੋਈ ਭਲ ਮਾਨ, ਭੁੱਲਾ ਕਾਹੀ ਫਿਰੇ ਅਜਾਨ। ਵੀ ਕਾਹਤੋਂ ਭੁੱਲਾ ਫਿਰਦਾ। ਹੁਣ ਇਹੋ ਸਾਨੂੰ ਗੁਰਬਾਣੀ ਗੁਰੂ ਸਿਖਾਉਂਦੇ ਵੀ ਕਿਵੇਂ ਸਾਡੇ ਮਨ ਨੇ ਘਰ ਜਾਣਾ ਸਹਿਜ ਦੇ ਵਿੱਚ, ਕਿਵੇਂ ਅਸੀਂ ਜੋ ਮਾਲਕ ਕਰ ਰਿਹਾ ਉਹਨੂੰ ਅਸੀਂ ਭਲਾ ਕਰਕੇ ਜਾਣਨਾ। ਉਹਦੇ ਵਾਸਤੇ ਫਿਰ ਇਹ ਸਮੱਤ ਆਪਾਂ ਨੂੰ ਸਾਧ ਸੰਗਤ ਦੇ ਵਿੱਚ ਆਏ ਨੂੰ ਸਤਿਗੁਰੂ ਗੁਰੂ ਦਿੰਦੇ ਨੇ। ਇਹੋ ਮਾਰੇ ਫਿਰ ਆਪਾਂ ਨੂੰ ਸਮਝਾਉਂਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮੱਤ ਸਾਧੂ ਤੇ ਪਾਈ। ਜਦੋਂ ਅਸੀਂ ਇਹ ਸਮੱਤ ਲੈ ਲਾਂਗੇ ਤੇ ਫਿਰ ਸਾਡੇ ਮਨ ਨੂੰ ਕੋਈ ਦੁੱਖ ਨਹੀਂ ਹੋਏਗਾ। ਦੁੱਖ ਉਦੋਂ ਹੀ ਹੁੰਦਾ ਜਦੋਂ ਅਸੀਂ ਆਪਦੀ ਮੱਤ ਵਰਤਦੇ, ਫਿਰ ਅਸੀਂ ਦੁੱਖ ਖੜਾ ਕਰ ਲੈਂਦੇ। ਨਹੀਂ ਤਾਂ ਸਾਨੂੰ ਕੋਈ ਦੁੱਖ ਨਹੀਂ। ਜਦੋਂ ਉਹਦਾ ਕੀਤਾ ਸਾਨੂੰ ਭਲਾ ਕਰਕੇ ਲੱਗੇਗਾ ਤੇ ਸਾਡਾ ਮਨ ਸ਼ਾਂਤ ਨਹੀਂ ਹੋਏਗਾ। ਸੋ ਇਹ ਹੁਣ ਭਲਾ ਵੀ ਸਾਨੂੰ ਫੇਰ ਹੀ ਪ੍ਰਤੀਤ ਹੁੰਦਾ ਜਦੋਂ ਅਸੀਂ ਸਿਮਰਨ ਕਰਦੇ। ਜੇ ਸਾਡਾ ਮਨ ਸਹਿਜ ਵਿੱਚ ਹੋਏਗਾ, ਗੁਰੂ ਦੀ ਮੱਤ ਗਿਆਨ ਮਨ ਨੂੰ ਦਿੰਦੇ ਰਵਾਂਗੇ, ਫਿਰ ਸਾਨੂੰ ਰੋਸ ਨਹੀਂ ਹੋਏਗਾ। ਫਿਰ ਸਾਡਾ ਮਨ ਭਲਾ ਕਰਕੇ ਮੰਨੇਗਾ ਤੇ ਫਿਰ ਅਸੀਂ ਸਹਿਜ ਦੇ ਵਿੱਚ ਜਾਵਾਂਗੇ, ਆਪਦੇ ਘਰ ਸੁਖੀ ਵਸਾਂਗੇ। ਇਸ ਵਾਸਤੇ ਹੁਣ ਮਨ ਨੂੰ ਆਪਾਂ ਇਹ ਸਿਮਰਨ ਤੇ ਲਾ ਕੇ ਰੱਖਣਾ ਤੇ ਨਾਲ ਨਾਲ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰ ਕੇ ਇਹਨੂੰ ਗੁਰੂ ਦੀ ਮੱਤ ਦਿੱਤੀ ਜਾਣੀ, ਤਾਂ ਕਿ ਸਾਨੂੰ ਇਹ ਗੁਰੂ ਦੀ ਮੱਤ ਦ੍ਰਿੜ ਹੋ ਜੇ, ਸਾਨੂੰ ਵਿਸਰੇ ਨਾ, ਸਾਨੂੰ ਭੁੱਲੇ ਨਾ। ਤੇ ਉਹਦੇ ਵਾਸਤੇ ਫਿਰ ਇਹ ਸਤ ਸੰਗਤ ਹੈ। ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ। ਵੀ ਸਤ ਸੰਗਤ 'ਚ ਸਾਨੂੰ ਗਿਆਨ ਦ੍ਰਿੜ ਹੁੰਦਾ, ਸਾਨੂੰ ਗੁਰੂ ਦੀ ਮੱਤ ਦ੍ਰਿੜ ਹੁੰਦੀ, ਤੇ ਜਿੰਨੀ ਦ੍ਰਿੜ ਹੋਏਗੀ ਸਾਨੂੰ ਦੁੱਖ ਨਹੀਂ ਹੋਏਗਾ। ਇਸ ਵਾਸਤੇ ਫਿਰ ਇਹ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਵੱਧ ਤੋਂ ਵੱਧ ਸਤ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਾਂ ਨੂੰ ਵੀ ਇਹ ਗਿਆਨ ਦ੍ਰਿੜ ਹੋ ਜੇ। ਆਪਣਾ ਮਨ ਵੀ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨੇ, ਇਹ ਸਹਿਜ ਵਿੱਚ ਚਲਾ ਜਾਵੇ ਆਪਣੇ ਘਰ।
ਤੇ ਘਰ ਜਾ ਕੇ ਘਰ ਦਾ ਸੁੱਖ ਲਵੇ, ਆਨੰਦ ਲਵੇ। ਸੋ ਇਸ ਵਾਸਤੇ ਹੁਣ ਇਹ ਆਪਾਂ ਨਾਲ ਨਾਲ ਮਨ ਨੂੰ ਗਿਆਨ ਦੀ ਮੱਤ ਦਿੱਤੀ ਜਾਣੀ ਅਤੇ ਨਾਲ ਨਾਲ ਹੀ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ ਹਨ। ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ, ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।